ਅੱਜ ਦਾ ਜਿਹੜਾ ਆਪਣਾ ਟੌਪਿਕ ਆ ਉਹ ਟੌਪਿਕ ਆ ਐਗਰੀਕਲਚਰ ਇਨਕਮ ਦੀ ਇੰਟੀਗ੍ਰੇਸ਼ਨ। ਕਿਉਂਕਿ ਇਨਕਮ ਟੈਕਸ ਰੂਲ ਦੇ ਮੁਤਾਬਿਕ ਇੰਡੀਆ 'ਚ ਐਗਰੀਕਲਚਰ ਇਨਕਮ ਐਗਜ਼ਮਟ ਆ, ਬਟ ਟੈਕਸ ਕੈਲਕੂਲੇਟ ਕਰਨ ਲਈ ਨੋਨ ਐਗਰੀਕਲਚਰ ਇਨਕਮ ਦੇ ਵਿੱਚ ਐਗਰੀਕਲਚਰ ਇਨਕਮ ਐਡ ਹੁੰਦੀ ਹੈ ਤਾਂ ਜੋ ਅਸੀਂ ਐਗਜ਼ੈਕਟ ਸਲੈਬ ਰੇਟ ਪਤਾ ਕਰ ਸਕੀਏ ਵੀ ਉਹ ਬੰਦਾ 2.5 ਲੱਖ ਵਾਲੇ ਸਲੈਬ ਚਾਹੁੰਦਾ, 5 ਲੱਖ ਵਾਲੇ ਸਲੈਬ ਰੇਟ ਚਾਹੁੰਦਾ ਜਾਂ 10 ਲੱਖ ਵਾਲੇ ਸਲੈਬ ਰੇਟ। ਆਪਾਂ ਸਟਾਰਟਿੰਗ 'ਤੇ ਪੜ੍ਹ ਚੁੱਕੇ ਵੀ 2.5 ਲੱਖ ਤੱਕ ਇਨਕਮ ਤੇ ਟੈਕਸ ਨਿਲ ਆ, 2.5 ਲੱਖ ਤੋਂ 5 ਲੱਖ ਤੱਕ 5% ਉਹ ਸਲੈਬ ਰੇਟ ਨੇ। ਠੀਕ ਆ, ਹੁਣ ਆਪਾਂ ਪੜ੍ਹਨਾ ਕਿ ਇੰਟੀਗ੍ਰੇਸ਼ਨ ਕੀ ਹੋਣਾ, ਵਾਟ ਟੂ ਇੰਟੀਗ੍ਰੇਟ, ਕਦੋਂ ਹੋਣਾ, ਵੈਨ ਟੂ ਇੰਟੀਗ੍ਰੇਟ, ਕਿਸ ਤਰ੍ਹਾਂ ਹੋਣਾ, ਹਾਊ ਟੂ ਇੰਟੀਗ੍ਰੇਟ। ਠੀਕ ਆ, ਅੱਜ ਦਾ ਟੌਪਿਕ ਬਸ ਇੰਨਾ ਹੀ ਆ, ਉਸ ਤੋਂ ਬਾਅਦ ਇਹ ਚੈਪਟਰ ਕੰਪਲੀਟ ਆ। ਵਾਟ ਟੂ ਇੰਟੀਗ੍ਰੇਟ 'ਚ ਕੀ ਆ, ਐਗਰੀਕਲਚਰ ਇਨਕਮ ਅਤੇ ਨੋਨ ਐਗਰੀਕਲਚਰ ਇਨਕਮ ਦੋਨੋਂ ਐਡ ਕਰਨੇ ਆ। ਠੀਕ ਆ, ਜਿਹੜੀ ਵੀ ਇਨਕਮ ਸਾਨੂੰ ਐਗਰੀਕਲਚਰ ਲੈਂਡ ਤੋਂ ਮਿਲੀ ਹੋਊਗੀ ਉਹ ਇਨਕਮ ਐਡ ਕਰਨੀ ਹੈ। ਠੀਕ ਆ, ਔਰ ਉਹ ਇਨਕਮ ਅਸੀਂ ਪਹਿਲਾਂ ਕਿਸੇ ਹੋਰ ਹੈਡ 'ਚ ਨਾ ਪਾਈ ਹੋਵੇ, ਯਾਨੀ ਕਿ ਇਨਕਮ ਫਰੋਮ ਅਦਰ ਸੋਰਸ ਦੇ ਵਿੱਚ ਕੋਈ ਵੀ ਇਨਕਮ ਜਿਹੜੀ ਆਪਣੀ ਐਗਰੀਕਲਚਰ ਵਾਲੀ ਫਸਲ ਸੀਗੀ ਉਹਨੂੰ ਵੇਚ ਕੇ ਮਿਲੀ ਆ। ਠੀਕ ਆ, ਉਹ ਐਗਰੀਕਲਚਰ ਓਪਰੇਸ਼ਨ ਤੋਂ ਮਿਲੀ ਹੈ, ਉਹ ਵਾਲੀ ਇਨਕਮ ਐਡ ਕਰਨੀ ਹੈ, ਬਟ ਕੰਡੀਸ਼ਨ ਕੀ ਹੈ ਕਿ ਉਹ PGBP ਵਿੱਚ ਐਡ ਨਹੀਂ ਹੋਣੀ ਚਾਹੀਦੀ। ਇਸੇ ਤਰ੍ਹਾਂ ਹਾਊਸ ਐਗਰੀਕਲਚਰ ਫਰੋਮ ਜਿਹੜੇ ਆਪਾਂ ਪੁਆਇੰਟ ਕੀਤਾ ਸੀ ਕਿ ਅਗਰ ਕੋਈ ਬਿਲਡਿੰਗ ਆ ਜਾਂ ਗੋਡਾਊਨ ਆ ਜਿਹੜਾ ਐਗਰੀਕਲਚਰ ਪਰਪਸ ਲਈ ਯੂਜ਼ ਹੁੰਦਾ, ਅਗਰ ਮੈਨੂੰ ਉਹ ਤੋਂ ਰੈਂਟ ਆ ਰਿਹਾ ਤਾਂ ਉਹ ਰੈਂਟ ਐਗਰੀਕਲਚਰ ਇਨਕਮ ਹੋਊਗਾ, ਉਹਨੂੰ ਇੰਟੀਗ੍ਰੇਟ ਕਰਨਾ, ਪਰ ਉਹ ਇਨਕਮ ਟੈਕਸ ਮਤਲਬ ਇਨਕਮ ਫਰੋਮ ਹਾਊਸ ਪ੍ਰੋਪਰਟੀ ਦੇ ਅੰਡਰ ਨਹੀਂ ਆਉਣਾ ਚਾਹੀਦਾ। ਠੀਕ ਹੈ, ਯਾਨੀ ਕਿ ਤਕਰੀਬਨ ਸਾਰੀ ਐਗਰੀਕਲਚਰ ਇਨਕਮ ਕੀ ਕਰਨੀ ਹੈ, ਐਡ, ਔਰ ਇਹਨੂੰ ਐਡ ਕਰਨਾ ਹੈ ਨੋਨ ਐਗਰੀਕਲਚਰ ਇਨਕਮ ਦੇ ਵਿੱਚ। ਟੀ ਦੀ ਇਨਕਮ ਆ ਗਈ। ਠੀਕ ਆ, ਜਾਂ ਜਿਹੜੇ AOP ਦੇ ਸ਼ੇਅਰ ਨੇ ਐਗਰੀਕਲਚਰ ਦੇ ਵਿੱਚ ਪ੍ਰੋਫਿਟ ਜਾਂ ਲਾਸ ਲਿਖਿਆ ਹੋਇਆ ਫॉर ਕੰਪਿਊਟਿੰਗ ਦੇ ਸ਼ੇਅਰ ਆਫ ਇਨਕਮ ਫਰੋਮ ਟੀ ਬਿਜ਼ਨਸ ਜਿਹੜੇ 65 ਤੇ 35% ਕੀਤੇ ਸੀਗੇ। ਇਨਕਮ 'ਚ ਪ੍ਰੋਫਿਟ ਹੋਇਆ ਕਿ ਲਾਸ ਹੋਇਆ ਐਗਰੀਕਲਚਰ ਇਨਕਮ ਤੋਂ, ਉਹ ਅਗਰ ਉਹ ਐਗਰੀਕਲਚਰ ਬਿਜ਼ਨਸ ਕੋਈ ਐਸੋਸੀਏਸ਼ਨ ਪਰਸਨ ਕਰ ਰਹੀ ਹੈ ਤਾਂ ਉਹਦਾ ਸ਼ੇਅਰ ਕਿੰਨਾ ਹੈ ਅਤੇ ਕਿੰਨਾ ਲਾਸ ਉਹ ਸੈੱਟ ਆਫ ਕਰ ਸਕਦੇ ਆ, ਉਹ ਸਾਰਾ ਕੋਈ ਵੀ ਸਮ ਜਿਹੜਾ ਸਟੇਟ ਗਵਰਨਮੈਂਟ ਨੇ ਕਿਹਾ ਕਿ ਤੁਸੀਂ ਇਹਦੀ ਡਿਡਕਸ਼ਨ ਲੈ ਸਕਦੇ ਹੋ ਇਸ ਇਨਕਮ 'ਚੋਂ, ਉਹ ਸਾਰੀਆਂ ਚੀਜ਼ਾਂ ਅਸੀਂ ਇੰਟੀਗ੍ਰੇਟ ਕਰਨੀਆਂ ਨੇ, ਮਤਲਬ ਜੋੜਨੀਆਂ ਨੇ। ਹੁਣ ਨੈਕਸਟ ਆਪਣਾ ਟੌਪਿਕ ਕੀ ਆ ਕਿ ਵੈਨ ਟੂ ਇੰਟੀਗ੍ਰੇਟ ਕਰਨਾ ਕਦੋਂ ਆ। ਠੀਕ ਹੈ, ਇੰਟੀਗ੍ਰੇਟ ਕਦੋਂ ਹੋਣਾ ਆ, ਜਦੋਂ ਵੈਨ ਟੂ ਇੰਟੀਗ੍ਰੇਟ 'ਚ ਕੀ ਆ ਕਿ ਇੰਟੀਗ੍ਰੇਸ਼ਨ ਹੋਣੀ ਕਦੋਂ ਆ। ਠੀਕ ਹੈ, ਇੰਟੀਗ੍ਰੇਸ਼ਨ ਕਦੋਂ ਹੋਣੀ ਆ, ਅਗਰ ਕੋਈ ਬੰਦਾ ਇੰਡੀਵਿਜੂਅਲ ਆ, HUF ਆ, AOP ਆ, ਬੋਡੀ ਆਫ ਇੰਡੀਵਿਜੂਅਲ, ਆਰਟੀਫਿਸ਼ਲ ਜੁਡੀਸ਼ੀਅਲ ਪਰਸਨ, ਅਗਰ ਇਹ 6 ਤਰ੍ਹਾਂ ਦੇ ਪਰਸਨਾਂ ਤਾਂ ਇੰਟੀਗ੍ਰੇਸ਼ਨ ਹੋਊਗੀ। ਅਗਰ ਇਹ ਤੋਂ ਬਿਨਾਂ ਨੇ, ਜਾਣੀ ਕਿ ਫਰਮ ਹੋ ਗਿਆ, ਕੰਪਨੀ ਹੋ ਗਿਆ, ਕੋਆਪਰੇਟਿਵ ਹੋ ਗਿਆ, ਲੋਕਲ ਅਥਾਰਟੀ ਹੋਣਗੇ, ਤਾਂ ਇੰਟੀਗ੍ਰੇਸ਼ਨ ਨਹੀਂ ਹੋਣੀ। ਮਤਲਬ ਪਹਿਲਾਂ ਤੁਸੀਂ ਦੇਖਣਾ ਕਿ ਇੰਟੀਗ੍ਰੇਸ਼ਨ ਹੋਊਗੀ ਜਾਂ ਨਹੀਂ। ਜੇ ਤਾਂ ਇੰਡੀਵਿਜੂਅਲ ਆ, HUF ਆ, AOP ਆ, ਬੋਡੀ ਆਫ ਇੰਡੀਵਿਜੂਅਲ ਆ, ਆਰਟੀਫਿਸ਼ਲ ਜੁਡੀਸ਼ੀਅਲ ਪਰਸਨ ਆ, ਤਾਂ ਇੰਟੀਗ੍ਰੇਸ਼ਨ ਹੋਊਗੀ। ਦੂਜੀ ਕੰਡੀਸ਼ਨ ਕੀ ਹੈ ਕਿ ਉਸ ਪਰਸਨ ਦੀ ਨੋਨ ਐਗਰੀਕਲਚਰ ਇਨਕਮ ਆ ਜਿਹੜੀ ਉਹ ਐਗਜ਼ਮਪਟਿਡ ਲਿਮਿਟ ਤੋਂ ਜ਼ਿਆਦਾ ਹੋਣੀ ਚਾਹੀਦੀ। ਐਗਜ਼ਮਪਟਿਡ ਲਿਮਿਟ ਦੇਖੋ, ਇੰਡੀਵਿਜੂਅਲ 2.5 ਲੱਖ ਤੱਕ ਟੈਕਸ ਨਿਲ ਆ, ਅਗਰ 2.5 ਲੱਖ ਤੋਂ ਜ਼ਿਆਦਾ ਆ ਤਾਂ ਇੰਟੀਗ੍ਰੇਸ਼ਨ ਹੋਊਗੀ। ਅਗਰ ਬੰਦਾ ਸੀਨੀਅਰ ਸਿਟੀਜ਼ਨ ਹੈ ਤਾਂ 3 ਲੱਖ ਤੋਂ ਜ਼ਿਆਦਾ ਚਾਹੀਦੀ, ਅਗਰ ਸੁਪਰ ਸੀਨੀਅਰ ਸਿਟੀਜ਼ਨ ਹੈ ਤਾਂ 5 ਲੱਖ ਤੋਂ ਜ਼ਿਆਦਾ। ਅਗਰ ਇੰਡੀਵਿਜੂਅਲ ਦੀ ਨੋਨ ਐਗਰੀਕਲਚਰ ਇਨਕਮ ਐਗਜ਼ਮਪਟਿਡ ਲਿਮਿਟ ਤੋਂ ਜ਼ਿਆਦਾ ਤਾਂ ਇੰਟੀਗ੍ਰੇਸ਼ਨ ਹੋਊਗੀ, ਅਤੇ ਉਹਦੀ ਐਗਰੀਕਲਚਰ ਇਨਕਮ 5000 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਠੀਕ ਆ, ਅਗਰ ਆ ਤਿੰਨੋਂ ਕੰਡੀਸ਼ਨਾਂ ਸੈਟਿਸਫਾਈਡ ਆ ਤਾਂ ਇੰਟੀਗ੍ਰੇਸ਼ਨ ਹੋਣੀ ਆ, ਅਦਰਵਾਈਜ਼ ਇੰਟੀਗ੍ਰੇਸ਼ਨ ਨਹੀਂ ਹੋਣੀ। ਯਾਨੀ ਕਿ ਇੰਡੀਵਿਜੂਅਲ ਫਰਮ, HUF, BOI, AOP ਅਤੇ ਆਰਟੀਫਿਸ਼ਲ ਜੁਡੀਸ਼ੀਅਲ ਪਰਸਨ, ਨੋਨ ਐਗਰੀਕਲਚਰ ਇਨਕਮ 2.5 ਲੱਖ ਤੋਂ ਜ਼ਿਆਦਾ ਹੋਣੀ ਚਾਹੀਦੀ ਹੈ ਅਤੇ ਐਗਰੀਕਲਚਰ ਇਨਕਮ 5000 ਤੋਂ ਜ਼ਿਆਦਾ ਹੋਣੀ ਚਾਹੀਦੀ ਹੈ। ਇੰਟੀਗ੍ਰੇਸ਼ਨ ਕਦੋਂ ਨਹੀਂ ਹੋਣੀ, ਇਹਨਾਂ ਦੀ ਰਿਵਰਸ ਕੰਡੀਸ਼ਨ ਦੇ ਵਿੱਚ, ਜਦੋਂ ਫਰਮ, ਕੰਪਨੀ, ਕੋਆਪਰੇਟਿਵ ਅਤੇ ਲੋਕਲ ਅਥਾਰਟੀਜ਼ ਹੋਣਗੀਆਂ, ਜਦੋਂ ਨੋਨ ਐਗਰੀਕਲਚਰ ਇਨਕਮ ਐਗਜ਼ਮਪਟਿਡ ਲਿਮਿਟ ਤੋਂ ਘੱਟ ਆ, ਜਾਂ ਜਦੋਂ ਐਗਰੀਕਲਚਰ ਇਨਕਮ 5000 ਤੋਂ ਘੱਟ ਆ। ਇੰਟੀਗ੍ਰੇਸ਼ਨ ਦੇ ਸਟੈਪ ਦੇਖ ਲਓ, ਹਾਊ ਟੂ ਇੰਟੀਗ੍ਰੇਟ ਕਰਨਾ ਕਿਵੇਂ ਆ। ਐਗਰੀਕਲਚਰ ਇਨਕਮ 'ਚ ਨੋਨ ਐਗਰੀਕਲਚਰ ਇਨਕਮ ਐਡ ਕਰ ਦੇਣੀ ਆ, ਫਸਟ ਸਟੈਪ। ਸੈਕਿੰਡ ਸਟੈਪ ਕੀ ਹੈ ਕਿ ਉਹਦਾ ਟੈਕਸ ਕੈਲਕੂਲੇਟ ਕਰਨਾ ਹੈ। ਤੁਹਾਨੂੰ ਪਤਾ ਟੈਕਸ ਕੈਲਕੂਲੇਟ ਕਿਵੇਂ ਕਰਦੇ ਹਾਂ, 2.5 ਲੱਖ ਤੱਕ ਨਿਲ, 2.5 ਲੱਖ ਤੋਂ 5 ਲੱਖ ਤੱਕ 5%, 5 ਲੱਖ ਤੋਂ 10 ਲੱਖ ਤੱਕ 20%, 10 ਲੱਖ ਤੋਂ ਜ਼ਿਆਦਾ 30% ਟੈਕਸ ਕੈਲਕੂਲੇਟ ਕਰ ਲਿਓ। ਟੈਕਸ ਕੈਲਕੂਲੇਟ ਕਰਨ ਤੋਂ ਬਾਅਦ ਪੁਆਇੰਟ ਸਾਈਡ 'ਤੇ ਲਿਖ ਦੇਣਾ। ਉਸ ਤੋਂ ਬਾਅਦ
ਜਿਹੜੀ ਨੈਟ ਐਗਰੀਕਲਚਰ ਇਨਕਮ ਆ, ਜਿੰਨੀ ਤੁਹਾਡੀ ਐਗਰੀਕਲਚਰ ਇਨਕਮ ਆ ਉਹ ਐਗਜ਼ੰਪਟਡ ਲਿਮਿਟ 'ਚ ਐਡ ਕਰਨੀ ਹੈ। ਪਹਿਲਾਂ ਕਿਸੇ ਐਗਰੀਕਲਚਰ ਇਨਕਮ ਨੋਨ ਐਗਰੀਕਲਚਰ ਇਨਕਮ 'ਚ ਐਡ ਕੀਤੀ ਤੇ ਟੈਕਸ ਕੈਲਕੂਲੇਟ ਕਰ ਲਿਆ। ਹੁਣ ਤੁਸੀਂ ਐਗਰੀਕਲਚਰ ਇਨਕਮ ਐਗਜ਼ੰਪਟਡ ਲਿਮਿਟ 'ਚ ਐਡ ਕਰਨੀ ਹੈ। ਜੇ ਇੰਡੀਵਿਜੂਅਲ ਹੋਇਆ ਤਾਂ 2.5 ਲੱਖ 'ਚ, ਅਗਰ ਸੀਨੀਅਰ ਸਿਟੀਜ਼ਨ ਹੋਇਆ ਤਾਂ 3 ਲੱਖ 'ਚ, ਜੇ ਸੁਪਰ ਸੀਨੀਅਰ ਸਿਟੀਜ਼ਨ ਤਾਂ 5 ਲੱਖ 'ਚ। ਅਤੇ ਫਿਰ ਚੌਥੇ ਪੁਆਇੰਟ 'ਚ ਕੀ ਕਰਨਾ, ਟੈਕਸ ਕੈਲਕੂਲੇਟ ਕਰਨਾ। ਉਸੇ ਤਰ੍ਹਾਂ ਤੁਹਾਡੇ ਕੋਲ 2 ਟੈਕਸ ਆ ਗਏ, ਇੱਕ ਦੂਜੇ ਪੁਆਇੰਟ 'ਚ ਇੱਕ ਚੌਥੇ ਪੁਆਇੰਟ 'ਚ। ਤੁਸੀਂ ਕੀ ਕਰਨਾ, ਚੌਥਾ ਪੁਆਇੰਟ ਦੂਜੇ ਪੁਆਇੰਟ 'ਚੋਂ ਕੀ ਕਰ ਦੇਣਾ, ਮਾਈਨਸ। ਪੰਜਵਾਂ ਪੁਆਇੰਟ ਲਿਖਿਆ ਉਹਨੇ ਟੈਕਸ ਕੈਲਕੂਲੇਟ ਜਿਹੜਾ ਸੀ ਚੌਥੇ ਪੁਆਇੰਟ 'ਚ ਕੀਤਾ, ਉਹਨੂੰ ਸੈਕਿੰਡ ਵਾਲੇ ਟੈਕਸ 'ਚੋਂ ਮਾਈਨਸ ਕਰ ਦੇਣਾ। ਠੀਕ ਹੈ, ਜੋ ਆਊਗਾ ਉਹ ਮੇਰਾ ਟੈਕਸ ਆ, ਉਹਦੇ 'ਤੇ ਕੀ ਲਾ ਦੇਣਾ ਹੈ, 3% ਐਜੂਕੇਸ਼ਨ, 4% ਐਜੂਕੇਸ਼ਨ ਸੈਸ ਹੈ ਇਸ ਟਾਈਮ। ਠੀਕ ਹੈ, ਇਸ ਤੋਂ ਇਲਾਵਾ ਅਗਰ ਕਿਸੇ ਪਰਸਨ ਦੀ ਇਨਕਮ 50 ਲੱਖ ਤੋਂ ਜ਼ਿਆਦਾ ਆ ਤਾਂ ਸਰਚਾਰਜ ਲੱਗਦਾ 10%। ਅਗਰ ਉਹਦੀ ਇਨਕਮ 1 ਕਰੋੜ ਤੋਂ ਜ਼ਿਆਦਾ ਆ ਬਟ 2 ਕਰੋੜ ਤੋਂ ਘੱਟ ਆ ਤਾਂ 15%। ਅਗਰ 2 ਕਰੋੜ ਤੋਂ ਜ਼ਿਆਦਾ ਆ ਤਾਂ 25% ਸਰਚਾਰਜ ਲੱਗਦਾ। ਅਗਰ 5 ਕਰੋੜ ਤੋਂ ਜ਼ਿਆਦਾ ਆ ਤਾਂ 5 ਕਰੋੜ। ਵੈਸੇ ਇੰਨੀ ਲਿਮਿਟ, ਮਤਲਬ ਇੰਨੀ ਜ਼ਿਆਦਾ ਹਾਈ ਇਨਕਮ ਦੇ ਸਾਹਮਣੇ ਕਦੇ ਆਏ ਹੀ ਨਹੀਂ ਹੈਗੇ, ਬਟ ਵੈਸੇ ਪਤਾ ਹੋਣਾ ਚਾਹੀਦਾ ਹੈ। ਔਰ ਜਿਹੜਾ ਟੋਟਲ ਟੈਕਸ ਆ ਉਹ ਹਮੇਸ਼ਾ ਅਸੀਂ ਟੈਨਸ ਦੇ ਨੀਅਰ ਰਾਊਂਡ ਆਫ ਕਰ ਲੈਂਦੇ ਹਾਂ। ਠੀਕ ਆ, ਅਤੇ ਜਿਹੜੀ ਇਨਕਮ ਆ ਉਹ ਰਾਊਂਡ ਆਫ ਹੁੰਦੀ ਹੈ 100 ਦੇ ਨੀਅਰ। ਇੱਕ ਸਮ ਆ, ਮੈਂ ਜਿਹੜਾ ਤੁਹਾਨੂੰ ਕਰਕੇ ਦਿਖਾ ਦਿੰਦੇ ਹਾਂ ਐਗਰੀਕਲਚਰ ਅਤੇ ਨੋਨ ਐਗਰੀਕਲਚਰ ਇਨਕਮ ਦਾ ਇੰਟੀਗ੍ਰੇਸ਼ਨ। ਦੇਖੋ ਨੈਟ ਐਗਰੀਕਲਚਰ ਇਨਕਮ 50,000 ਆ, ਉੱਪਰ ਲਿਖਿਆ ਸ਼੍ਰੀ ਹਸਨ ਇੰਡੀਵਿਜੂਅਲ ਆ। ਠੀਕ ਆ, ਐਗਰੀਕਲਚਰ ਇਨਕਮ 5,000 ਤੋਂ ਜ਼ਿਆਦਾ ਚਾਹੀਦੀ ਸੀ, ਓਕੇ ਆ। ਨੋਨ ਐਗਰੀਕਲਚਰ ਇਨਕਮ 2.5 ਲੱਖ ਤੋਂ ਜ਼ਿਆਦਾ ਚਾਹੀਦੀ ਸੀ, ਓਕੇ ਆ। ਮਤਲਬ ਤਿੰਨੋਂ ਕੰਡੀਸ਼ਨਾਂ ਸੈਟਿਸਫਾਈਡ, ਇੰਟੀਗ੍ਰੇਸ਼ਨ ਹੋ ਗਈ। ਪਹਿਲਾ ਸਟੈਪ ਐਗਰੀਕਲਚਰ ਅਤੇ ਨੋਨ ਐਗਰੀਕਲਚਰ ਇਨਕਮ ਐਡ 5,45,000। ਟੈਕਸ ਕੈਲਕੂਲੇਟ ਕੀਤਾ ਉਹਨੇ 2.5 ਲੱਖ ਤੱਕ ਨਿਲ। 2.5 ਲੱਖ ਤੋਂ 5 ਲੱਖ ਦੇ ਵਿੱਚ, ਜਾਣੀ ਕਿ 2.5 ਲੱਖ ਤੋਂ 5 ਲੱਖ ਦੇ ਵਿੱਚ ਕਿੰਨਾ ਆਉਂਦਾ ਹੈ, 2.5 ਲੱਖ ਹੀ ਆਇਆ। 5 ਲੱਖ ਮਾਈਨਸ 2.5 ਲੱਖ ਕਰ ਲਿਓ। 2.5 ਲੱਖ 'ਤੇ 5% ਲਾਇਆ 12,500। ਹੁਣ 5 ਲੱਖ ਤੋਂ ਜ਼ਿਆਦਾ ਕਿੰਨੀ ਸੀਗੀ, 45,000। 45,000 'ਤੇ ਕਿੰਨਾ ਲਾਣਾ, 20%। ਮੈਂ ਮੰਨ ਰਿਹਾ ਕਿ ਤੁਹਾਨੂੰ ਇਹ ਚੀਜ਼ ਕੈਲਕੂਲੇਟ ਕਰਨੀ ਆਉਂਦੀ, ਨਹੀਂ ਆਉਂਦੀ ਤਾਂ ਧਿਆਨ ਨਾਲ ਇੱਕ ਵਾਰ ਦੁਬਾਰਾ ਦੇਖ ਲਿਓ। ਪਹਿਲੇ 2.5 ਲੱਖ 'ਤੇ ਨਿਲ ਹੁੰਦਾ ਹੈ, ਸਲੈਬ ਰੇਟ ਆ ਇਹ। 2.5 ਲੱਖ ਤੋਂ 5 ਲੱਖ ਤੱਕ, 2.5 ਲੱਖ ਤੋਂ 5 ਲੱਖ ਤੱਕ 5% ਆ। ਹੁਣ 5 ਲੱਖ ਤੱਕ ਤਾਂ ਮਤਲਬ ਡਿਫਰੈਂਸ 2.5 ਲੱਖ ਹੀ ਨਿਕਲਿਆ। 2.5 ਲੱਖ ਦੇ ਵਿੱਚ 5% ਲਾਤਾ, ਉਹਦੀ 5,45,000 ਹੀ ਬਣੀ ਸੀ। ਤਾਂ 5 ਲੱਖ ਤੋਂ 10 ਲੱਖ ਦੇ ਵਿੱਚ 20% ਆ, ਉਹਦੀ 5 ਲੱਖ ਤੋਂ ਉੱਪਰ ਕਿੰਨੀ ਹੈ, ਸਿਰਫ 45,000। ਇਸ ਲਈ 45,000 'ਤੇ ਕੀ ਲੱਗਿਆ, 20%। ਮੇਰੇ ਕੋਲ ਟੋਟਲ ਟੈਕਸ ਦੇਖ ਲਓ 21,500 ਆ ਗਿਆ। ਇਹ ਮੇਰਾ ਸੈਕਿੰਡ ਪੁਆਇੰਟ ਹੋ ਗਿਆ। ਉਸ ਤੋਂ ਬਾਅਦ ਮੈਂ ਥਰਡ ਪੁਆਇੰਟ ਕੀਤਾ ਕਿ ਐਗਰੀਕਲਚਰ ਇਨਕਮ ਐਗਜ਼ੰਪਟਡ ਲਿਮਿਟ, ਜਾਣੀ ਕਿ 2.5 ਲੱਖ 'ਚ ਐਡ ਕੀਤੀ 3 ਲੱਖ। ਫਿਰ ਟੈਕਸ ਕੈਲਕੂਲੇਟ ਕੀਤਾ 2.5 ਲੱਖ ਤੱਕ ਨਿਲ। ਬੈਲੈਂਸ ਕਿੰਨਾ ਬਚਿਆ, ਉਹੀ ਬਚੂਗੀ ਜਿਹੜੀ ਐਗਰੀਕਲਚਰ ਇਨਕਮ ਹੋਊਗੀ 50,000। ਉੱਤੇ ਕਿੰਨਾ ਲੱਗਿਆ, 5%। ਟੈਕਸ ਕਿੰਨਾ ਆਇਆ, 2,500। ਤਾਂ ਤੁਸੀਂ 21,500 ਚੋਂ 2,500 ਕੀ ਕਰ ਦੇਣਾ, ਮਾਈਨਸ। ਤੁਹਾਡੇ ਕੋਲ ਕੀ ਆ ਜਾਊਗਾ, ਟੈਕਸ 19,000। ਔਰ ਇਹਦੇ 'ਤੇ ਆਪਾਂ ਕੀ ਲਾਣਾ ਆ, ਐਜੂਕੇਸ਼ਨ ਸੈਸ। ਠੀਕ ਆ, ਔਰ 87A ਦੀ ਰਿਬੇਟ ਆ। ਠੀਕ ਆ, 87A ਦੀ ਜਿਹੜੀ ਰਿਬੇਟ ਆ ਉਹ ਫਿਲਹਾਲ 12,500 ਹੋ ਚੁੱਕੀ ਆ, ਔਰ ਇਹ ਸਿਰਫ ਇੰਡੀਵਿਜੂਅਲ ਨੂੰ ਮਿਲਦੀ ਆ। ਔਰ ਇਹ ਮੈਕਸੀਮਮ ਪਿਛਲੇ ਸਾਲ 5,000 ਸੀਗੀ, ਇਸ ਵਾਰੀ 12,500 ਹੋ ਗਈ ਆ। ਠੀਕ ਆ, 87A ਦੀ ਰਿਬੇਟ ਕਿਹਨੂੰ ਮਿਲਣੀ ਹੈ, ਸਿਰਫ ਇੰਡੀਵਿਜੂਅਲ ਨੂੰ। ਠੀਕ ਆ, ਔਰ ਇਹ ਪਹਿਲਾਂ 5,000 ਸੀ, ਹੁਣ 12,500 ਹੋ ਗਈ। ਉਹਨੂੰ ਮਾਈਨਸ ਕਰ ਦੇਣਾ ਹੈ। ਬਾਕੀ ਮੇਰੇ ਕੋਲ ਟੈਕਸ ਕਿੰਨਾ ਬਚਿਆ, 6500। ਔਰ ਉਹਦੇ 'ਤੇ ਐਜੂਕੇਸ਼ਨ ਸੈਸ ਕਿੰਨਾ ਲਾਣਾ ਹੈ, 4%। ਤੁਹਾਡੇ ਕੋਲ ਕੀ ਆ ਜਾਊਗਾ, ਟੈਕਸ। ਇਹ ਤੇਰਾ ਟੌਪਿਕ ਆ ਇੰਟੀਗ੍ਰੇਸ਼ਨ ਦਾ। ਔਰ ਤੁਹਾਨੂੰ ਜਿਹੜਾ ਪੇਪਰ BCom 6 ਸਮੈਸਟਰ ਦਾ ਉਹ 'ਚ ਇੱਕੋ ਹੀ ਕੁਐਸਚਨ ਆਉਂਦਾ ਮੋਸਟਲੀ ਕਿ what define the agriculture income, how would you compute the tax liability of an individual on the integration of agriculture income। ਜਾਣੀ ਕਿ ਤੁਸੀਂ ਇੰਟੀਗ੍ਰੇਸ਼ਨ ਅਤੇ ਨੋਨ ਇੰਟੀਗ੍ਰੇਸ਼ਨ ਦਾ ਟੌਪਿਕ ਕਰਨਾ। ਉਹ ਤੁਸੀਂ ਕੀ ਕਰਿਓ, ਐਗਰੀਕਲਚਰ ਇਨਕਮ ਐਕਸਪਲੇਨ ਕਰ ਦਿਓ, ਥੋੜ੍ਹੀ ਜਿਹੀ ਇੰਟਰੋਡਕਸ਼ਨ ਦੇ ਕੇ, ਮੀਨਿੰਗ ਦੇ ਕੇ। ਉਸ ਤੋਂ ਬਾਅਦ ਇੰਟੀਗ੍ਰੇਸ਼ਨ ਦਾ ਟੌਪਿਕ ਐਕਸਪਲੇਨ ਕਰਨਾ ਕਿ ਵਾਟ ਟੂ ਇੰਟੀਗ੍ਰੇਟ, ਵੈਨ ਟੂ ਇੰਟੀਗ੍ਰੇਟ, ਹਾਊ ਟੂ ਇੰਟੀਗ੍ਰੇਟ। ਇੱਕ ਐਗਜ਼ਾਮਪਲ ਦੇ ਕੇ ਦੱਸ ਦੋਗੇ ਤਾਂ ਓਬਵੀਅਸਲੀ ਮਾਰਕਸ ਜਿਹੜੇ ਤੁਹਾਡੇ ਬੈਟਰ ਆ ਜਾਣਗੇ। ਹੋਪ ਆ ਕੇ ਚੈਪਟਰ ਤੁਹਾਨੂੰ ਸਮਝ ਆ ਗਿਆ ਹੋਊਗਾ। ਜਿਹੜੇ ਇਲਸਟ੍ਰੇਸ਼ਨਸ ਨੇ, ਸਮਸ ਨੇ, ਟਰਾਈ ਕਰ ਲਿਓ। ਜੇ ਕੁਛ ਪੁੱਛਣਾ ਹੋਇਆ ਤਾਂ ਨੀਚੇ ਬਾਅਦ 'ਚ ਕਮੈਂਟ ਕਰ ਦਿਓ। ਆਈ ਵਿਲ ਸੋਲਵ ਯੂਰ ਕੁਆਰੀਜ਼। ਓਕੇ, ਆਲ ਦਾ ਬੈਸਟ।